ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਮੁਖ ਸੁਖ ਫਲ ਪਿਰਮ ਰਸ, ਚਰਣੋਦਕ ਗੁਰ ਚਰਨ ਪਖਾਲੇ। ਸੁਖ ਸੰਪਟ ਵਿੱਚ ਰਖ ਕੈ, ਚਰਨ ਕਵਲ ਮਕਰੰਦ ਪਿਆਲੇ। ਕਉ ਲਾਲੀ ਸੂਰਜ ਮੁਖੀ, ਲਖ ਕਵਲ ਖਿੜਦੇ ਰਲਿਆਲੇ। ਚੰਦਰਮੁਖੀ ਹੋਏ ਕੁਮੁਦਨੀ, ਚਰਨ ਕਵਲ ਸੀਤਲ ਅਮਿਆਲੇ। ਚਰਨ ਕਵਲ ਦੀ ਵਾਸਨਾ, ਲਖ ਸੂਰਜ ਹੋਵਨ ਅਲਕਾਲੇ। ਲਖ ਤਾਰੇ ਸੂਰਜ ਚੜ੍ਹੇ, ਜਿਉ ਛਪ ਜਾਣ ਨ ਆਪ ਸੰਭਾਲੇ। ਚਰਨ ਕਵਲ ਦਲ ਜੋਤ ਵਿੱਚ, ਲਖ ਸੂਰਜ ਲੋਕ ਜਾਣ ਰਵਾਲੇ। ਗੁਰ ਸਿੱਖ ਲੈ ਗੁਰ ਸਿੱਖ ਸੁਖਾਲੇ, ਗੁਰ ਸਿੱਖ ਲੈ ਗੁਰ ਸਿੱਖ ਸੁਖਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਿਮੰਡਾਂ ਦੇ ਮਾਲਕ, ਲੋਕ ਪਰਲੋਕ ਦੇ ਸਹਾਈ, ਜ਼ਬਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚੋਂ ਆਪ ਜੀ ਨੇ 11ਵੀਂ ਵਾਰ ਦੀ 6ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਭਾਈ ਗੁਰਦਾਸ ਜੀ ਇਸ 6ਵੀਂ ਪੌੜੀ ਦੇ ਵਿੱਚ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਕਮਲਾਂ ਦੀ ਮਹਿਮਾ ਵਡਿਆਈ ਕਰਦੇ ਹੈ। ਗੁਰੂ ਦੇ ਚਰਨਾਂ ਕਮਲਾਂ ਦੀ ਸੁਗੰਧੀ ਦੇ ਉੱਤੇ ਗੁਰੂ ਕੇ ਸਿੱਖ ਭੌਰੇ ਬਣ ਕੇ ਆਉਂਦੇ ਹੈ ਔਰ ਇੱਥੇ ਪ੍ਰੇਮ ਰੂਪੀ ਮਕਰੰਦ ਰਸ ਤੇ ਭਗਤੀ ਦੀ ਸੁਗੰਧੀ ਨੂੰ ਮਾਣਦੇ ਹੈ। ਐਸੇ ਹਨ ਸਤਿਗੁਰੂ ਦੇ ਪਵਿੱਤਰ ਚਰਨ, ਜੋ ਸਿੱਖ ਦੇ ਹਿਰਦੇ ਨੂੰ ਖਿੜਾ ਦਿੰਦੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਸਤਿਗੁਰੂ ਨੇ ਬਹੁਤ ਵਾਰਾਂ ਗੁਰੂ ਦੇ ਚਰਨਾਂ ਕਮਲਾਂ ਦੀ ਗੱਲ ਕੀਤੀ ਹੈ। ਪ੍ਰਤੱਖ ਰੂਪ ਦੇ ਵਿੱਚ ਵੀ ਜਦੋਂ ਸਤਿਗੁਰੂ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਤੱਕ 10 ਜਾਮੇ ਧਾਰ ਕੇ ਵਿਚਰੇ, ਸ਼ਬਦ ਦਾ ਸਤਿਗੁਰੂ ਨੇ ਪ੍ਰਕਾਸ਼ ਕੀਤਾ। ਉਦੋਂ ਵੀ ਸਤਿਗੁਰੂ ਗੁਰੂ ਦੇ ਚਰਨਾਂ ਤੋਂ ਵਾਰਨੇ ਬਲਿਹਾਰਨੇ ਜਾਂਦੇ ਸਨ ਤੇ ਅੱਜ ਸਤਿਗੁਰੂ ਦੇ ਸ਼ਬਦ ਰੂਪ ਚਰਨਾਂ ਤੋਂ ਗੁਰੂ ਕੇ ਸਿੱਖ ਕੁਰਬਾਨ ਜਾਂਦੇ ਹੈ। ਹਿਰਦੈ ਚਰਨ ਸ਼ਬਦ ਸਤਿਗੁਰ ਕੋ,
ਨਾਨਕ ਬਾਂਧਿਓ ਪਾਲ। ਮਹਾਰਾਜ ਜੀ ਕਿਰਪਾ ਕਰਦੇ ਹੈ, ਹਿਰਦੇ ਦੇ ਵਿੱਚ ਜਿਹੜਾ ਗੁਰੂ ਦਾ ਸ਼ਬਦ ਵਸਾਉਣਾ ਹੈ, ਇਹ ਗੁਰੂ ਦੇ ਚਰਨ ਹਨ। ਔਰ ਸਿੱਖ ਨੇ ਆਪਣੇ ਪੱਲੇ ਬੰਨੇ ਹੈ, ਭਾਵ ਸਦਾ ਹੀ ਹਿਰਦੇ ਵਿੱਚ ਸ਼ਬਦ ਨੂੰ ਵਸਾ ਕੇ ਰੱਖਦਾ ਹੈ, ਸਦਾ ਨਾਮ ਜਪਦਾ ਹੈ, ਗੁਰਬਾਣੀ ਦਾ ਅਭਿਆਸ ਕਰਦਾ ਹੈ। ਸਤਿਗੁਰੂ ਦੇ ਚਰਨਾਂ ਦੇ ਨਾਲ ਪੱਕੀ ਪ੍ਰੀਤੀ ਹੈ ਗੁਰੂ ਕੇ ਪਿਆਰੇ ਸਿੱਖ ਦੀ। ਸੋ ਆਓ ਭਾਈ ਗੁਰਦਾਸ ਸਾਹਿਬ ਜੀ ਸਤਿਗੁਰੂ ਦੇ ਚਰਨਾਂ ਦੀ ਮਹਿਮਾ ਕਰਦੇ ਹੈ। ਵਾਹਿਗੁਰੂ ਜੀ ਗੁਰਮੁਖ ਸੁਖ ਫਲ ਪਿਰਮ ਰਸ, ਚਰਣੋਦਕ ਗੁਰ ਚਰਨ ਪਖਾਲੇ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ, ਗੁਰਮੁਖ ਨੂੰ ਸੁਖ ਫਲ ਕੀ ਮਿਲਦਾ ਹੈ? ਪਿਰਮ ਰਸ। ਸਤਿਗੁਰੂ ਪਾਤਸ਼ਾਹ ਜੀ ਦਾ, ਪਿਆਰੇ ਦਾ ਪ੍ਰੇਮ ਰਸ, ਇਹੀ ਗੁਰਮੁਖ ਵਾਸਤੇ ਸੁਖ ਫਲ ਹੈ। ਸੰਸਾਰ ਦੇ ਲੋਕ ਸੰਸਾਰੀ ਪਦਾਰਥਾਂ ਨੂੰ ਫਲ ਸਮਝਦੇ ਹੈ, ਕੋਈ ਧਨ ਨੂੰ, ਕੋਈ ਦੌਲਤ ਨੂੰ, ਕੋਈ ਕਿਸੇ ਨੂੰ, ਕੋਈ ਕਿਸੇ ਨੂੰ। ਪਰ ਗੁਰੂ ਕਾ ਸਿੱਖ ਜਿਹੜਾ ਗੁਰਮੁਖ ਹੈ, ਉਹਦੇ ਵਾਸਤੇ ਸੁਖ ਫਲ ਪ੍ਰੇਮ ਰਸ ਹੈ। ਸਤਿਗੁਰੂ ਦੇ ਪ੍ਰੇਮ ਦੇ ਵਿੱਚ ਮਗਨ ਰਹਿੰਦਾ ਹੈ। ਚਰਨ ਓਦਕ ਗੁਰ ਚਰਨ ਪਖਾਲੇ। ਬਹੁਤ ਪਿਆਰ ਦੇ ਨਾਲ, ਭਾਵਨਾ ਦੇ ਨਾਲ ਗੁਰੂ ਦੇ ਚਰਨਾਂ ਨੂੰ ਧੋਂਦਾ ਹੈ ਅਤੇ ਸਤਿਗੁਰੂ ਦੇ ਚਰਨਾਂ ਦਾ ਅੰਮ੍ਰਿਤ ਪ੍ਰਾਪਤ ਕਰਦਾ ਹੈ ਗੁਰੂ ਕਾ ਪਿਆਰਾ ਸਿੱਖ। ਸੁਖ ਸੰਪਟ ਵਿੱਚ ਰੱਖ ਕੇ ਚਰਨ ਕਵਲ ਮਕਰੰਦ ਪਿਆਲੇ। ਸੁਖ ਸੰਪਟ ਦੇ ਵਿੱਚ ਰੱਖ ਕੇ, ਸੰਪਟ ਦਾ ਅਰਥ ਹੁੰਦਾ ਡੱਬਾ। ਸੁਖ ਰੂਪੀ ਡੱਬੇ ਵਿੱਚ ਰੱਖ ਕੇ ਗੁਰੂ ਦੀ ਯਾਦ ਆਉਣੀ, ਗੁਰੂ ਦਾ ਸ਼ਬਦ, ਗੁਰੂ ਦਾ ਬਚਨ ਸਦਾ ਹੀ ਹਿਰਦੇ ਵਿੱਚ ਵਸਿਆ ਰਹਿਣਾ। ਇਹ ਜਿਹੜੀ ਸਿਮਰਤੀ ਹੈ, ਸਿਮਰਤੀ ਮੈਨੇ ਚੇਤਾ, ਸਿਮਰਤੀ ਰੂਪ ਡੱਬੇ ਦੇ ਵਿੱਚ ਰੱਖ ਕਰਕੇ, ਉਹਦੇ ਵਿੱਚ ਟਿਕਾ ਕਰਕੇ ਸਤਿਗੁਰੂ ਦੇ ਚਰਨਾਂ ਕਮਲਾਂ ਦੇ ਮਕਰੰਦ ਰਸ ਨੂੰ ਗੁਰੂ ਕਾ ਸਿੱਖ ਪੀਂਦਾ ਹੈ। ਸਦਾ ਹੀ ਆਪਣੀ ਸਿਮਰਤੀ ਦੇ ਵਿੱਚ ਸਤਿਗੁਰੂ ਨੂੰ ਰੱਖਦਾ ਹੈ। ਔਰ ਇਸ ਸਿਮਰਤੀ ਰੂਪ ਡੱਬੇ ਦੇ ਵਿੱਚ, ਜਿਹਦੇ ਵਿੱਚ ਸੁੱਖ ਹੈ, ਕਿਉਂਕਿ ਸਿਮਰਨ ਵਿੱਚ ਹੀ ਸੁੱਖ ਹੈ। ਬਾਕੀ ਦੁਨੀਆ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਬੰਦਾ ਚੇਤੇ ਰੱਖ ਲਏ, ਬੰਦੇ ਦੇ ਜ਼ਿਹਨ ਵਿੱਚ ਵਸੀਆਂ ਹੁੰਦੀਆਂ, ਫਲਾਣੇ ਥਾਂ 'ਤੇ ਫਲਾਣੇ ਬੰਦੇ ਨੇ ਮੈਨੂੰ ਇਹ ਗੱਲ ਕਹੀ ਸੀ, ਉਹ ਗੱਲ ਕਹੀ ਮੈਨੂੰ ਦੁਖੀ ਕਰਦੀ ਹੈ। ਤੋ ਸੰਸਾਰ ਦੀਆਂ, ਝਮੇਲੇ ਦੀਆਂ ਜਾਂ ਮਾਇਆ ਦੀਆਂ, ਮੋਹ ਦੀਆਂ ਜਿੰਨੀਆਂ ਮਰਜ਼ੀ ਬੰਦਾ ਗੱਲਾਂ ਕਰ ਲਵੇ, ਉਸ ਸਿਮਰਤੀ ਦੇ ਵਿੱਚ ਸੁੱਖ ਨਹੀਂ ਹੁੰਦਾ, ਉਹਦੇ ਵਿੱਚ ਦੁੱਖ ਮਿਲਦਾ ਹੈ। ਸੋ ਗੁਰੂ ਕਾ ਸਿੱਖ ਗੁਰੂ ਨੂੰ ਚੇਤੇ ਕਰਦਾ ਹੈ। ਸਿਮਰਤੀ ਰੂਪ ਡੱਬੇ ਦੇ ਵਿੱਚ ਗੁਰੂ ਦੇ ਚਰਨਾਂ ਨੂੰ ਰੱਖ ਕਰਕੇ ਸਤਿਗੁਰੂ ਦੇ ਪਵਿੱਤਰ ਚਰਨਾਂ ਦੇ ਅੰਮ੍ਰਿਤ ਰਸ ਨੂੰ, ਮਕਰੰਦ ਨੂੰ ਸਦਾ ਪੀਂਦਾ ਹੈ। ਕਉ ਲਾਲੀ ਸੂਰਜ ਮੁਖੀ, ਲੱਖ ਕਵਲ ਖਿੜਦੇ ਰਲੀਆਲੇ। ਹੁਣ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜਿਹੜੇ ਗੁਰੂ ਦੇ ਚਰਨ ਹਨ ਸੂਰਜ ਵਾਂਗ ਹਨ, ਤਸ਼ਬੀਹ ਦਿੰਦੇ ਹੈ। ਅਤੇ ਜਿਹੜੀ ਤਸ਼ਬੀਹ ਹੁੰਦੀ ਹੈ ਖਾਲਸਾ ਜੀ, ਦ੍ਰਿਸ਼ਟਾਂਤ, ਉਹ ਸਦਾ ਉਹਦਾ ਇੱਕ ਪੱਖ ਲਿਆ ਜਾਂਦਾ, ਇੱਕ ਅੰਗੀ ਹੁੰਦਾ ਹੈ। ਸੂਰਜ ਤਾਂ ਤਪਦਾ ਹੈ, ਦੂਜਾ ਪੱਖ ਵੇਖੋਗੇ ਤਪਦਾ ਹੈ, ਕਿਸੇ ਨੂੰ ਨੇੜੇ ਨਹੀਂ ਹੋਣ ਦਿੰਦਾ, ਗਰਮੀ ਬੜੀ ਹੈ। ਸਿਰਫ ਇੱਕ ਪੱਖ ਲਿਆ ਗਿਆ, ਜਿਵੇਂ ਸੂਰਜ ਉਹਨੂੰ ਵੇਖ ਕੇ ਕੌਲ ਫੁੱਲ ਖਿੜਦੇ ਹੈ, ਇਸੇ ਤਰ੍ਹਾਂ ਸਤਿਗੁਰੂ ਦੇ ਚਰਨਾਂ ਦੇ ਦਰਸ਼ਨ ਕਰਕੇ ਗੁਰੂ ਕੇ ਸਿੱਖਾਂ ਦੇ ਹਿਰਦੇ ਖਿੜ ਜਾਂਦੇ ਹੈ। ਕਉ ਲਾਲੀ ਸੂਰਜ ਮੁਖੀ। ਕਉ ਲਾਲੀ ਕਹਿੰਦੇ ਹੈ ਕੌਲ ਫੁੱਲਾਂ ਦੀ ਬਗੀਚੀ। ਇੱਕ ਤਲਾਬ ਦੇ ਵਿੱਚ ਬਹੁਤ ਸਾਰੇ ਕੌਲ ਫੁੱਲ ਹੋਣ
ਕੌਲ ਫੁੱਲਾਂ ਦੀ ਬਗੀਚੀ ਹੋਵੇ, ਸੂਰਜ ਦਾ ਮੁਖ ਵੇਖ ਕੇ ਉਹ ਕੌਲ ਫੁੱਲ ਖਿੜਦੇ, ਉਹਨਾਂ ਦੀਆਂ ਪੰਖੜੀਆਂ ਖੁੱਲ੍ਹ ਜਾਂਦੀਆਂ ਨੇ। ਲੱਖ ਕਵਲ ਖਿੜਦੇ ਰਲੀਆਲੇ, ਜਿਵੇਂ ਉਹ ਲੱਖਾਂ ਕੌਲ ਫੁੱਲ ਰਲ ਕੇ ਸੂਰਜ ਨੂੰ ਵੇਖ ਕੇ ਖਿੜਦੇ ਹੈ ਨਾ, ਇਸੇ ਤਰ੍ਹਾਂ ਲੱਖਾਂ ਗੁਰੂ ਕੇ ਪਿਆਰੇ ਸਿੱਖ ਰਲੀਆਲੇ ਮਿਲ ਕੇ ਗੁਰੂ ਦਾ ਦੀਦਾਰ ਕਰਦੇ ਹੈ, ਗੁਰੂ ਦੇ ਚਰਨਾਂ ਦੇ ਦਰਸ਼ਨ ਕਰਕੇ ਖਿੜ ਜਾਂਦੇ ਹੈ। ਸਿੱਖਾਂ ਦੇ ਹਿਰਦੇ ਪ੍ਰਸੰਨ ਹੋ ਜਾਂਦੇ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਦੀਦਾਰ ਕਰਕੇ, ਅਤੇ ਗੁਰੂ ਚਰਨਾਂ ਤੋਂ ਕੁਰਬਾਨ ਜਾਂਦੇ ਹੈ। ਚੰਦਰਮੁਖੀ ਹੋਏ ਕੁਮੁਦਨੀ, ਚਰਨ ਕਵਲ ਸੀਤਲ ਅਮਿਆਲੇ। ਦੂਜਾ ਦ੍ਰਿਸ਼ਟਾਂਤ ਭਾਈ ਗੁਰਦਾਸ ਸਾਹਿਬ ਨੇ ਦਿੱਤਾ ਹੈ ਚੰਦਰਮਾ ਅਤੇ ਕਵੀਆਂ ਦਾ। ਕਵੀਆਂ ਇੱਕ ਫੁੱਲ ਹੁੰਦਾ ਹੈ, ਉਹ ਰਾਤ ਨੂੰ ਖਿੜਦੇ ਹੈ, ਕੌਲ ਫੁੱਲ ਦਿਨੇ ਖਿੜਦੇ ਹੈ, ਅਤੇ ਕਵੀਆਂ ਉਹ ਫੁੱਲ ਜਿਹੜੇ ਰਾਤ ਨੂੰ ਖਿੜਨ ਵਾਲੇ ਹੈ। ਚੰਦਰਮਾ ਦੇ ਮੁਖ ਨੂੰ ਵੇਖ ਕੇ ਕਹਿੰਦੇ ਜਿਵੇਂ ਕਵੀਆਂ ਖਿੜ ਉੱਠਦੀਆਂ ਨੇ, ਚਰਨ ਕਵਲ ਸੀਤਲ ਅਮਿਆਲੇ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਜੋ ਪਵਿੱਤਰ ਚਰਨ ਕਮਲ ਹਨ, ਇਹ ਸ਼ੀਤਲਤਾ ਨੂੰ, ਠੰਡਕ ਨੂੰ ਦੇਣ ਵਾਲੇ ਹੈ, ਅਤੇ ਅਮਿਆਲੇ ਇਹ ਅੰਮ੍ਰਿਤ ਬਖਸ਼ਣ ਵਾਲੇ ਹੈ। ਜਿਵੇਂ ਚੰਦਰਮਾ ਦੀਆਂ ਕਿਰਨਾਂ ਠੰਡੀਆਂ ਹੁੰਦੀਆਂ, ਠੰਡਕ ਦਿੰਦੀਆਂ ਹਨ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨ ਕਮਲ ਹਿਰਦੇ ਵਿੱਚ ਸ਼ਾਂਤੀ, ਟਿਕਾਓ, ਧੀਰਜ ਬਖਸ਼ਣ ਵਾਲੇ ਹੈ। ਸੋ ਇਹ ਅੰਮ੍ਰਿਤ ਬਖਸ਼ਦੇ ਹੈ। ਅਤੇ ਕਵੀਆਂ ਕੌਣ ਹਨ? ਗੁਰੂ ਕੇ ਸਿੱਖ। ਚੰਦਰਮਾ ਰੂਪ ਗੁਰੂ ਕੇ ਚਰਨਾਂ ਨੂੰ ਵੇਖ ਕਰਕੇ ਸਿੱਖ ਰੂਪ ਕਵੀਆਂ ਖਿੜ ਜਾਂਦੀਆਂ ਨੇ, ਸ਼ੀਤਲਤਾ ਅੰਮ੍ਰਿਤ ਨੂੰ ਪ੍ਰਾਪਤ ਕਰਦੀਆਂ ਨੇ। ਭਾਈ ਗੁਰਦਾਸ ਸਾਹਿਬ ਜੀ ਦ੍ਰਿਸ਼ਟਾਂਤ ਦੇ ਰਹੇ ਇਸ 'ਤੇ ਸਮਝਾ ਰਹੇ ਹੈ। ਪਰ ਦੂਜੇ ਪਾਸੇ ਜਦੋਂ ਦੂਜਾ ਪੱਖ ਅਸੀਂ ਵੇਖਾਂਗੇ, ਜਿਹੜੇ ਕਵਲ ਹਨ ਉਹ ਸੂਰਜ ਨੂੰ ਵੇਖ ਕੇ ਖਿੜ ਜਾਂਦੇ ਹੈ, ਅਤੇ ਚੰਦਰਮਾ ਨੂੰ ਵੇਖ ਕੇ ਰਾਤ ਨੂੰ ਉਹ ਮੁਰਝਾ ਜਾਂਦੇ ਹੈ। ਪਰ ਇੱਥੇ ਕਵੀਆਂ ਵੀ ਖਿੜਦੀਆਂ ਨੇ ਅਤੇ ਕੌਲ ਫੁੱਲ ਵੀ ਖਿੜਦੇ ਆ ਗੁਰੂ ਦੇ ਚਰਨਾਂ ਦੇ ਦੀਦਾਰ ਕਰਕੇ। ਇੰਨੀ ਮਹਿਮਾ ਹੈ ਗੁਰੂ ਜੀ ਦੇ ਚਰਨਾਂ ਕਮਲਾਂ ਦੀ। ਕੌਲ ਫੁੱਲ ਖਿੜਦੇ ਹੈ ਜਿਹੜੇ ਸਿੱਖ ਹਨ ਗੁਰੂ ਕੇ ਪਿਆਰੇ, ਅਤੇ ਕਵੀਆਂ ਜਿਹੜੇ ਅਜੇ ਜਗਿਆਸੂ ਨੇ, ਤੁਰੇ ਨੇ ਇਸ ਪਾਸੇ, ਸਤਿਗੁਰੂ ਤੋਂ ਸਿੱਖਿਆ ਲੈ ਰਹੇ ਹੈ, ਉਹ ਵੀ ਖਿੜਦੇ ਹੈ। ਸੋ ਦੋਵੇਂ ਹੀ ਖਿੜਦੇ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜ ਕੇ। ਚਰਨ ਕਵਲ ਦੀ ਵਾਸਨਾ, ਲੱਖ ਸੂਰਜ ਹੋਵਨ ਅਲ ਕਾਲੇ। ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਕਮਲਾਂ ਦੀ ਸੁਗੰਧੀ, ਲੱਖ ਸੂਰਜ ਹੋਵਨ ਅਲ ਕਾਲੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਲੱਖਾਂ ਸੂਰਜ ਵਾਂਗ ਜਿਹੜੇ ਗੁਰੂ ਕੇ ਸਿੱਖ ਹਨ ਨਾ ਖਿੜੇ ਹੋਏ, ਉਹ ਭੌਰੇ ਬਣ ਕਰਕੇ ਗੁਰੂ ਦੇ ਚਰਨਾਂ ਕਮਲਾਂ ਦੀ ਵਾਸਨਾ ਸੁਗੰਧੀ ਪ੍ਰਾਪਤ ਕਰਦੇ ਹੈ। ਚਰਨ ਕਵਲ ਦੀ ਵਾਸਨਾ, ਇੱਥੇ ਸਤਿਗੁਰੂ ਦੇ ਚਰਨਾਂ ਕਮਲਾਂ ਤੋਂ ਭਗਤੀ ਰੂਪ ਸੁਗੰਧੀ ਆਉਂਦੀ ਹੈ। ਸਿੱਖ ਆਪਣੇ ਮਨ ਨੂੰ ਭੌਰਾ ਬਣਾ ਲੈਂਦਾ ਹੈ, ਅਤੇ ਜਿਵੇਂ ਭੌਰਾ ਆ ਕੇ ਫੁੱਲਾਂ 'ਤੇ ਗੁੰਜਾਰ ਪਾਉਂਦਾ, ਫੁੱਲਾਂ 'ਤੇ ਮੰਡਰਾਉਂਦਾ ਹੈ, ਬੈਠਦਾ ਹੈ, ਰਸ ਪ੍ਰਾਪਤ ਕਰਦਾ ਹੈ, ਸੁਗੰਧੀ ਨੂੰ ਲੈਂਦਾ ਹੈ। ਇਸੇ ਤਰ੍ਹਾਂ ਗੁਰੂ ਕਾ ਸਿੱਖ ਭੌਰਾ ਬਣ ਕੇ ਗੁਰੂ ਦੇ ਚਰਨਾਂ ਦੇ ਪਾਸ ਆਉਂਦਾ ਹੈ, ਚਰਨਾਂ 'ਤੇ ਨਤਮਸਤਕ ਹੁੰਦਾ ਹੈ, ਗੁਰੂ ਦੇ ਚਰਨਾਂ ਕਮਲਾਂ ਤੋਂ ਭਗਤੀ ਰੂਪ ਸੁਗੰਧੀ ਨੂੰ ਪ੍ਰਾਪਤ ਕਰਦਾ ਹੈ। ਲੱਖ ਸੂਰਜ ਹੋਵਨ ਅਲ ਕਾਲੇ। ਲੱਖ ਸੂਰਜ ਤੋਂ ਭਾਵ ਜਿਵੇਂ ਸੂਰਜ ਪ੍ਰਕਾਸ਼ਿਤ ਹੈ, ਇਸੇ ਤਰ੍ਹਾਂ ਜਿਹੜੇ ਗਿਆਨਵਾਨ ਗੁਰੂ ਕੇ ਸਿੱਖ ਨੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗਿਆਨ ਦਾ ਸੂਰਜ ਚੜ੍ਹਿਆ ਹੋਇਆ ਹੈ, ਭਾਵੇਂ ਉਹ ਗਿਆਨੀ ਨੇ, ਪਰ ਗੁਰੂ ਦੇ ਚਰਨਾਂ ਕਮਲਾਂ ਤੋਂ ਵਾਰ ਨੇ, ਬਲਿਹਾਰ ਨੇ ਜਾਂਦੇ ਹੈ। ਸੋ ਲੱਖਾਂ ਗਿਆਨਵਾਨ ਸਿੱਖ ਜਿਹੜੇ ਹੈ ਚਰਨਾਂ 'ਤੇ ਆ ਕੇ ਭੌਰੇ ਬਣ ਕੇ ਮੰਡਰਾਉਂਦੇ ਹੈ, ਰਸ ਲੈਂਦੇ ਹੈ। ਲੱਖ ਸੂਰਜ ਹੋਵਨ ਅਲ ਕਾਲੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਭਾਈ ਗੁਰਦਾਸ ਦੀਆਂ ਵਾਰਾਂ ਛਪੀਆਂ, ਉੱਥੇ ਅਲ ਦੇ ਥਾਂ ਤੇ ਭੌਰ ਪਾਠ ਹੈ। ਹੋਵਨ ਭੌਰ ਕਾਲੇ, ਅਰਥ ਇੱਕੋ ਹੀ ਹੈ ਦੋਵਾਂ ਦਾ। ਸੋ ਇਹ ਪਾਠ ਭੇਦ ਵਿਦਿਆਰਥੀਆਂ ਵਾਸਤੇ ਹੈ। ਲੱਖ ਤਾਰੇ ਸੂਰਜ ਚੜ੍ਹੇ, ਜਿਉਂ ਛਪ ਜਾਣ ਨਾ ਆਪ ਸੰਭਾਲੇ। ਜਿਵੇਂ ਲੱਖਾਂ ਤਾਰੇ ਆਕਾਸ਼ ਦੇ ਵਿੱਚ ਹੁੰਦੇ ਹੈ ਅਤੇ ਜਦੋਂ ਸੂਰਜ ਚੜ੍ਹਦਾ ਹੈ ਉਹ ਸਾਰੇ ਛੁਪ ਜਾਂਦੇ ਹੈ। ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਗੁਰੂ ਸੂਰਜ ਜਦੋਂ ਚੜ੍ਹਦਾ ਹੈ ਨਾ, ਅਤੇ ਜਿਹੜੇ ਲੱਖਾਂ ਵਿਕਾਰ ਤਾਰਿਆਂ ਦੀ ਨਿਆਈ ਹਨ ਉਹ ਸਿੱਖ ਦੇ ਛੁਪ ਜਾਂਦੇ ਹੈ। ਵਿਕਾਰ ਰਹਿੰਦਾ ਹੀ ਨਹੀਂ ਸਿੱਖ ਦੇ ਹਿਰਦੇ ਵਿੱਚ ਕੋਈ, ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਆਸਾ, ਨਾ ਤ੍ਰਿਸ਼ਨਾ, ਦਵੈਖ, ਈਰਖਾ, ਨਿੰਦਿਆ, ਚੁਗਲੀ, ਸਾਰੇ ਹੀ ਵਿਕਾਰ ਦੂਰ ਹੋ ਜਾਂਦੇ। ਸੋ ਜਿਵੇਂ ਸੂਰਜ ਚੜ੍ਹਨ ਦੇ ਨਾਲ ਲੱਖਾਂ ਤਾਰੇ ਅਲੋਪ ਹੋ ਜਾਂਦੇ ਹੈ, ਇਸੇ ਤਰ੍ਹਾਂ ਗੁਰੂ ਸੂਰਜ ਜਦੋਂ ਚੜ੍ਹਦਾ ਹੈ, ਪ੍ਰਕਾਸ਼ ਕਰਦਾ ਹੈ, ਅਤੇ ਲੱਖਾਂ ਜਿਹੜੇ ਵਿਕਾਰ ਹਨ ਉਹ ਆਪਣਾ ਆਪ ਨਹੀਂ ਸੰਭਾਲ ਪਾਉਂਦੇ, ਉਹ ਛੁਪ ਜਾਂਦੇ ਹੈ, ਸਾਰੇ ਹੀ ਦੂਰ ਹੋ ਜਾਂਦੇ ਹੈ ਸਿੱਖ ਦੇ ਜੀਵਨ ਵਿੱਚੋਂ। ਚਰਨ ਕਵਲ ਦਲ ਜੋਤ ਵਿੱਚ, ਲੱਖ ਸੂਰਜ ਲੁਕ ਜਾਣ ਰਵਾਲੇ। ਫਿਰ ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਦੀਆਂ ਪੱਤੀਆਂ, ਪੰਖੜੀਆਂ ਦੀ ਜੋਤ ਦੇ ਵਿੱਚ ਲੱਖਾਂ ਸੂਰਜ ਧੂੜੀ ਬਣ ਕੇ ਸਮਾ ਜਾਂਦੇ, ਲੁਕ ਜਾਂਦੇ ਹੈ। ਮਤਲਬ ਲੱਖਾਂ ਰਾਜੇ, ਮਹਾਰਾਜੇ, ਅਮੀਰਜ਼ਾਦੇ ਗੁਰੂ ਚਰਨਾਂ ਦੀ ਧੂੜੀ ਬਣ ਕੇ ਗੁਰੂ ਚਰਨਾਂ ਵਿੱਚ ਸਮਾ ਜਾਂਦੇ ਹੈ। ਇੱਥੇ ਵੱਡੇ ਵੱਡੇ ਦੁਨੀਆ ਦੇ ਪਾਤਸ਼ਾਹ ਸਤਿਗੁਰੂ ਦੇ ਚਰਨਾਂ ਦੀ ਧੂੜੀ ਤੋਂ ਕੁਰਬਾਨ ਜਾਂਦੇ ਹੈ, ਸਤਿਗੁਰੂ ਦੇ ਚਰਨਾਂ 'ਤੇ ਨਤਮਸਤਕ ਹੁੰਦੇ ਹੈ। ਤਾਂ ਗੁਰੂ ਚਰਨਾਂ ਦੇ ਜਿਹੜੀ ਜੋਤ ਹੈ, ਚਰਨ ਕਵਲ ਦਲ ਜੋਤ ਵਿੱਚ, ਚਰਨਾਂ ਕਮਲਾਂ ਦੀਆਂ ਪੰਖੜੀਆਂ ਦੀ ਜਿਹੜੀ ਜੋਤ ਹੈ, ਪ੍ਰਕਾਸ਼ ਹੈ ਗੁਰੂ ਦਾ, ਲੱਖਾਂ ਸੂਰਜ, ਰਾਜੇ ਮਹਾਰਾਜੇ ਅਥਵਾ ਆਪਣੇ ਆਪ ਨੂੰ ਸੂਰਜ ਦੇ ਵਾਂਗ ਵੱਡੇ ਗਿਆਨਵਾਨ ਸਮਝਣ ਵਾਲੇ, ਉਹ ਗੁਰੂ ਦੇ ਚਰਨਾਂ ਦੇ ਵਿੱਚ ਧੂੜੀ ਬਣ ਕੇ ਸਮਾ ਜਾਂਦੇ ਹੈ। ਗੁਰ ਸਿੱਖ ਲੈ ਗੁਰ ਸਿੱਖ ਸੁਖਾਲੇ। ਗੁਰੂ ਦੀ ਸਿੱਖਿਆ ਲੈ ਕਰਕੇ ਜਿਹੜੇ ਗੁਰਸਿੱਖ ਹਨ ਉਹ ਲੋਕ ਪਰਲੋਕ ਦੇ ਵਿੱਚ ਸੁਖਾਲੇ ਰਹਿੰਦੇ ਹੈ। ਇੱਥੇ ਵੀ ਸੁਖੀ ਹਨ ਅਤੇ ਅੱਗੇ ਪਰਲੋਕ ਦੇ ਵਿੱਚ ਵੀ ਉਹਨਾਂ ਗੁਰਸਿੱਖਾਂ ਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਲਈ ਗੁਰਸਿੱਖ ਜਿਹੜਾ ਨਾ ਗੁਰੂ ਦੇ ਚਰਨਾਂ ਕਮਲਾਂ ਦਾ ਭੌਰਾ ਬਣ ਜਾਂਦਾ ਹੈ। ਭਵਰ ਤੁਮਹਾਰਾ ਇਹੋ ਮਨ ਹੋਵੋ, ਹਰ ਚਰਣਾ ਹੋ ਕੌਲਾ। ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦਹਿ ਚਾਤਰਕ ਮੌਲਾ। ਸੋ ਚਰਨਾਂ ਦੇ ਭੌਰੇ ਗੁਰੂ ਕੇ ਸਿੱਖ ਹਨ, ਗੁਰੂ ਚਰਨਾਂ ਦੇ। ਹੁਣ ਇਸ ਤੋਂ ਅਗਲੀ 7ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਗੁਰਸਿੱਖੀ ਦੇ ਵਿੱਚ ਜੋ ਏਕਤਾ ਦਾ ਵੱਡਾ ਗੁਣ ਹੈ ਉਸ ਦਾ ਜ਼ਿਕਰ ਕਰ ਰਹੇ ਹੈ ਕਿ ਮਹਾਰਾਜ ਨੇ ਕਿਰਪਾ ਕਰਕੇ ਜਿਹੜੇ ਭਿੰਨ ਭੇਦ, ਇਹ ਫਰਕ ਪਏ ਹੋਏ ਸੀ, ਸਾਰੇ ਦੂਰ ਕਰ ਦਿੱਤੇ। ਵਰਨ ਵੰਡ ਦਾ ਭੇਦ ਸੀ ਉਹ ਵੀ ਦੂਰ ਕਰ ਦਿੱਤਾ। ਜਾਤਾਂ ਪਾਤਾਂ ਦੇ ਭੇਦ ਸਨ ਉਹ ਵੀ ਮੇਰੇ ਸਤਿਗੁਰੂ ਨੇ ਸਾਰੇ ਹੀ ਮੁਕਾ ਦਿੱਤੇ, ਸਾਰੇ ਦੂਰ ਕਰ ਦਿੱਤੇ। ਗੁਰਸਿੱਖ ਗੁਰਸਿੱਖ ਹੈ, ਸਿੱਖ ਦੀ ਕੋਈ ਜਾਤ ਨਹੀਂ। ਸਤਿਗੁਰੂ ਐਸੇ ਸਿੱਖ ਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ਦੇ ਹੈ। ਸੋ ਭਾਈ ਗੁਰਦਾਸ ਜੀ ਫਰਮਾ ਰਹੇ ਹੈ, ਚਾਰ ਵਰਨ ਇੱਕ ਵਰਨ ਕਰ, ਵਰਨ ਅਵਰਨ ਤਮੋਲ ਗੁਲਾਲੇ। ਸਤਿਗੁਰੂ ਜੀ ਨੇ ਚਾਰੇ ਵਰਨਾਂ ਨੂੰ ਇੱਕ ਵਰਨ ਕਰ ਦਿੱਤਾ। ਇੱਕ ਵਰਨ ਦਾ ਮਤਲਬ ਸਿੱਖ ਬਣਾ ਦਿੱਤਾ। ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ, ਇਹ ਚਾਰ ਵਰਨ ਹਨ। ਇਹਨਾਂ ਦੇ ਪਾਠ ਪੂਜਾ ਦੇ ਵੀ ਵੱਖੋ ਵੱਖਰੇ ਢੰਗ ਨਿਯਤ ਕੀਤੇ ਗਏ ਔਰ ਕੰਮਕਾਰ ਵੀ ਨਿਯਤ ਕਰ ਦਿੱਤੇ। ਪਰ ਸਤਿਗੁਰੂ ਨੇ ਕਿਹਾ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਬ੍ਰਾਹਮਣ ਆਪਣੇ ਆਪ ਵਿੱਚ ਉੱਚਾ ਬਣ ਗਿਆ, ਸ਼ੂਦਰ ਨੂੰ ਕਿਹਾ ਤੂੰ ਸਾਰਿਆਂ ਤੋਂ ਨੀਚ ਹੈ,
ਸਤਿਗੁਰੂ ਨੇ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦਿੱਤਾ। ਸਾਰਿਆਂ ਵਾਸਤੇ ਇੱਕ ਹੀ ਗੁਰੂ ਦੀ ਸਿੱਖਿਆ ਹੈ। ਕੋਈ ਵੀ ਗੁਰੂ ਕੀ ਬਾਣੀ ਪੜ੍ਹੇ ਸੁਣੇ ਅਮਲ ਕਰ ਲਵੇ, ਉਹਦੀ ਕਲਿਆਣ ਹੈ। ਸੋ ਚਾਰੇ ਹੀ ਵਰਨ ਗੁਰੂ ਸਾਹਿਬ ਨੇ ਇੱਕ ਕਰ ਦਿੱਤੇ ਹੈ। ਚਾਰੇ ਵਰਨਾਂ ਨੂੰ ਇੱਕ ਕਰਕੇ ਮਹਾਰਾਜ ਨੇ ਸਿੱਖ ਬਣਾ ਦਿੱਤਾ। ਵਰਨ ਅਵਰਨ ਤਮੋਲ ਗੁਲਾਲੇ, ਕਹਿੰਦੇ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਜਿਹੜੇ ਤੰਬੋਲ ਪਾਨ ਤੋਂ ਲਾਲ ਗੁਲਾਲ ਰੰਗ ਵਾਲੇ ਗੁਰਸਿੱਖ ਪੈਦਾ ਕਰ ਦਿੱਤੇ ਹੈ। ਗੁਲਾਲੇ, ਗੁਲਾਲ ਤੋਂ ਭਾਵ ਪੋਸਤ ਦੇ ਫੁੱਲ ਦਾ ਰੰਗ ਜਿਵੇਂ ਲਾਲ ਹੁੰਦਾ ਹੈ, ਜਿਵੇਂ ਚੂਨਾ, ਕੱਥ, ਸੁਪਾਰੀ ਅਤੇ ਪਾਨ, ਇਹਨਾਂ ਦਾ ਜਦ ਬੀੜਾ ਬਣਦਾ ਹੈ ਤਦੋਂ ਪੋਸਤ ਦੇ ਗੂੜ੍ਹੇ ਲਾਲ ਫੁੱਲ ਵਾਂਗੂ ਰੰਗ ਨਿਕਲਦਾ ਹੈ। ਇਸੇ ਤਰ੍ਹਾਂ ਜਦੋਂ ਗੁਰ ਸ਼ਬਦ ਕਰਕੇ ਆਤਮ ਗਿਆਨ ਹੁੰਦਾ ਹੈ ਨਾ, ਫਿਰ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦ ਇਹ ਵਰਨ ਭੇਦ ਮੁੱਕ ਜਾਂਦਾ ਹੈ। ਅਭਿਮਾਨ, ਹੰਕਾਰ ਸਾਰਾ ਦੂਰ ਹੋ ਕੇ ਅਤੇ ਆਤਮ ਦ੍ਰਿਸ਼ਟੀ ਜਿਹੜੀ ਹੈ ਉਹ ਬਣ ਜਾਂਦੀ ਹੈ, ਇੱਕ ਦ੍ਰਿਸ਼ਟੀ ਬਣ ਜਾਂਦੀ ਹੈ। ਸੋ ਇਸ ਤਰ੍ਹਾਂ ਸਿੱਖ ਗੁਰੂ ਕਾ ਸਿੱਖ ਹੈ, ਪ੍ਰੇਮ ਦਾ ਰੰਗ ਉਹਦੇ ਹਿਰਦੇ ਨੂੰ ਚੜ੍ਹਦਾ ਹੈ। ਅਸ਼ਟ ਧਾਤ ਇੱਕ ਧਾਤ ਕਰ, ਵੇਦ ਕਤੇਬ ਨ ਭੇਦ ਵਿਚਾਲੇ। ਅੱਠਾਂ ਧਾਤਾਂ ਨੂੰ ਜਿਹੜੀ ਪਾਰਸ ਦੀ ਵੱਟੀ ਹੈ ਨਾ, ਉਹ ਇੱਕ ਕਰ ਦਿੰਦੀ ਹੈ। ਪਾਰਸ ਦੀ ਵੱਟੀ ਹੁੰਦੀ ਹੈ, ਉਹ ਅੱਠਾਂ ਧਾਤਾਂ ਨੂੰ ਇੱਕ ਧਾਤ ਸੋਨਾ ਬਣਾ ਦਿੰਦੀ ਹੈ। ਗੁਰੂ ਨੇ ਕੀ ਕੀਤਾ? ਗੁਰੂ ਨੇ ਅੱਠਾਂ ਧਾਤਾਂ ਨੂੰ ਇੱਕ ਧਾਤ ਸੋਨਾ ਬਣਾ ਦਿੱਤਾ, ਗੁਰਸਿੱਖ ਬਣਾ ਦਿੱਤਾ। ਚਾਰੇ ਤੇ ਇਹ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਅਤੇ ਚਾਰ ਹੀ ਆਸ਼ਰਮ ਜਿਹੜੇ ਸੀ, ਬ੍ਰਹਮਚਰਜ, ਗ੍ਰਸਤੀ, ਬਾਨਪ੍ਰਸਤ, ਸੰਨਿਆਸੀ, ਇਹਨਾਂ ਨੂੰ ਵੀ ਇੱਕ ਕਰ ਦਿੱਤਾ ਗੁਰੂ ਨੇ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਜਿਵੇਂ ਪਾਰਸ ਦੀ ਵੱਟੀ ਅੱਠਾਂ ਧਾਤਾਂ ਨੂੰ ਸੋਨਾ ਕਰ ਦਿੰਦੀ ਹੈ, ਇਸੇ ਤਰ੍ਹਾਂ ਹੀ ਗੁਰੂ ਜੀ ਨੇ ਸਿੱਖ ਲਈ ਇਹ ਅੱਠ ਧਾਤਾਂ, ਚਾਰ ਵਰਣ ਅਤੇ ਚਾਰ ਆਸ਼ਰਮ, ਇਹਨਾਂ ਸਾਰਿਆਂ ਨੂੰ ਇੱਕ ਕਰ ਦਿੱਤਾ, ਸੋਨਾ ਸ਼ੁੱਧ ਹਿਰਦੇ ਵਾਲਾ ਗੁਰੂ ਕਾ ਸਿੱਖ ਬਣਾ ਦਿੱਤਾ। ਵੇਦ ਕਤੇਬ ਨਾ ਭੇਦ ਵਿਚਾਲੇ, ਅਤੇ ਵੇਦਾਂ ਕਿਤਾਬਾਂ, ਵੇਦ ਅਤੇ ਕਤੇਬ, ਇਹਨਾਂ ਦੇ ਵਿਚਾਲੇ ਜਿਹੜੇ ਭੇਦ ਸੀ ਨਾ, ਉਹ ਸਾਰੇ ਮਿਟਾ ਕੇ ਸਾਰਿਆਂ ਨੂੰ ਇੱਕ ਪਰਮਾਤਮਾ ਦੀ ਪੈਦਾਇਸ਼ ਦਾ ਉਪਦੇਸ਼ ਦੇ ਕੇ ਮਹਾਰਾਜ ਨੇ ਸਿੱਖ ਦੇ ਵਿੱਚੋਂ ਸਾਰੀ ਨਫ਼ਰਤ, ਈਰਖਾ ਦੂਰ ਕਰ ਦਿੱਤੀ। ਮਹਾਰਾਜ ਕਹਿੰਦੇ ਵੇਦਾਂ ਕਤੇਬਾਂ ਦੇ ਭੇਦ ਨੂੰ ਛੱਡੋ, ਸਾਰੇ ਇੱਕ ਪ੍ਰਭੂ ਦੇ ਪੈਦਾ ਕੀਤੇ ਹੋਏ ਨੇ। ਗੁਰਬਾਣੀ ਦਾ ਹਜ਼ੂਰ ਦਾ ਇੱਕ ਬਚਨ ਹੈ, ਵੇਦ ਕਤੇਬ ਕਹੋ ਮਤ ਝੂਠੇ। ਪਾਤਸ਼ਾਹ ਜੀ ਕਹਿੰਦੇ ਵੇਦਾਂ ਕਤੇਬਾਂ ਨੂੰ ਝੂਠ ਨਾ ਕਹੋ, ਝੂਠਾ ਜੋ ਨਾ ਵਿਚਾਰੇ। ਝੂਠਾ ਬੰਦਾ ਤੇ ਉਹ ਹੈ ਜਿਹੜਾ ਇਹਨਾਂ ਦੀ ਵਿਚਾਰ ਹੀ ਨਹੀਂ ਕਰਦਾ ਵੀ ਹੈ ਕੀ ਇਹਨਾਂ ਵਿੱਚ। ਕਿਉਂਕਿ ਬੰਦਾ ਦੂਜੇ ਦੇ ਧਰਮ ਗ੍ਰੰਥਾਂ ਨੂੰ ਕਹਿੰਦਾ ਵੀ ਇਹ ਝੂਠ ਹੈ, ਪਰ ਆਪਣੇ ਨੂੰ ਕਹਿੰਦਾ ਵੀ ਮੈਂ ਸਿਧਾਂਤਕ ਪੱਖ ਤੋਂ ਜਦੋਂ ਅਸੀਂ ਵੇਖੀਏ, ਹਰ ਥਾਂ ਤੋਂ ਸਤਿਗੁਰੂ ਨੇ ਗੁਣ ਪ੍ਰਾਪਤ ਕਰਨ ਦੀ ਸਿੱਖਿਆ ਦਿੱਤੀ ਹੈ। ਅਸੀਂ ਰੋਜ਼ ਪੜ੍ਹਦੇ ਹਾਂ, ਵੇਦਾਂ ਮਹਿ ਨਾਮ ਉੱਤਮ, ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ। ਜਿੱਥੇ ਵੇਦਾਂ ਵਿੱਚ ਨਾਮ ਦੀ ਉੱਤਮ ਗੱਲ ਕਹੀ, ਉਹਨੂੰ ਸੁਣਦਾ ਨਹੀਂ, ਹੋਰ ਗੱਲਾਂ ਨੂੰ ਧਾਰਨ ਕਰੀ ਬੈਠਾ ਹੈ। ਸੋ ਵੇਦਾਂ ਕਤੇਬਾਂ ਦੇ ਜਿਹੜੇ ਭੇਦ ਸੀ ਨਾ, ਮਹਾਰਾਜ ਨੇ ਸਾਰੇ ਮਿਟਾ ਕੇ ਸਾਰਿਆਂ ਨੂੰ ਕਿਹਾ ਇੱਕ ਪ੍ਰਭੂ ਦੀ ਪੈਦਾਇਸ਼ ਹੈ। ਅਸੀਂ ਗੁਰਬਾਣੀ ਪੜ੍ਹਦੇ ਹਾਂ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨ ਭੂਲਹੁ ਭਾਈ, ਖਾਲਕ ਖਲਕ ਖਲਕ ਮਹਿ ਖਾਲਕ, ਪੂਰ ਰਹੇ ਉਸ ਰੱਬ ਠਾਈ। ਪਾਤਸ਼ਾਹ ਜੀ ਕਹਿੰਦੇ ਸਾਰੇ ਇੱਕ ਦੇ ਪੈਦਾ ਕੀਤੇ ਨੇ, ਸਾਰੇ ਹੀ ਪਰਮਾਤਮਾ ਦੇ ਬਣਾਏ ਹੋਏ ਨੇ, ਮਾਲਕ ਨੇ ਸਾਰਿਆਂ ਨੂੰ ਪੈਦਾ ਕੀਤਾ ਹੈ। ਇਸ ਲਈ ਇਹ ਸਾਰੀ ਉਹਦੀ ਖਲਕਤ ਹੈ, ਖਲਕਤ ਵਿੱਚ ਖਾਲਕ ਵਸਦਾ ਹੈ। ਸੋ ਸਾਰੇ ਇਹ ਜਿਹੜੇ ਭੇਦ ਸੀ ਨਾ, ਮੇਰੇ ਸਤਿਗੁਰੂ ਨੇ ਭੁਲਾ ਦਿੱਤੇ, ਮਿਟਾ ਦਿੱਤੇ ਹੈ, ਅਤੇ ਸ਼ੁੱਧ ਸੋਨੇ ਦੀ ਨਿਆਈ, ਸ਼ੁੱਧ ਹਿਰਦੇ ਵਾਲਾ ਗੁਰੂ ਕਾ ਸਿੱਖ ਬਣਾਇਆ ਹੈ।
ਚੰਦਨ ਵਾਸ ਵਣਾਸ ਪਤ, ਅਫਲ ਸਫਲ ਵਿੱਚ ਵਾਸ ਬਹਾਲੇ। ਚੰਦਨ ਵਾਸ ਵਣਾਸਪਤ, ਜਿਸ ਤਰ੍ਹਾਂ ਚੰਦਨ ਦਾ ਰੁੱਖ ਜਿਹੜੀ ਹੋਰ ਬਨਸਪਤੀ ਹੁੰਦੀ ਆ ਨਾ ਆਲੇ ਦੁਆਲੇ ਦੀ, ਉਹਦੇ ਵਿੱਚ ਵੀ ਆਪਣੀ ਸੁਗੰਧੀ ਦਾ ਵਾਸਾ ਕਰ ਦਿੰਦਾ ਹੈ। ਚੰਦਨ ਵਾਸ ਵਣਾਸਪਤ, ਅਫਲ ਸਫਲ ਵਿੱਚ ਵਾਸ ਬਹਾਲੇ। ਅਫਲ ਕਹਿੰਦੇ ਆ ਜਿਨ੍ਹਾਂ ਰੁੱਖਾਂ ਨੂੰ ਕੋਈ ਫਲ ਨਹੀਂ ਲੱਗਦਾ, ਅਤੇ ਸਫਲ ਸਹਿਤ ਫਲ ਦੇ। ਜਿਨ੍ਹਾਂ ਰੁੱਖਾਂ ਨੂੰ ਫਲ ਲੱਗਦੇ ਹੈ, ਜਿਨ੍ਹਾਂ ਨੂੰ ਫਲ ਨਹੀਂ ਲੱਗਦੇ, ਉਹਨਾਂ ਸਾਰਿਆਂ ਦੇ ਵਿੱਚ ਚੰਦਨ ਦਾ ਰੁੱਖ ਆਪਣੀ ਸੁਗੰਧੀ ਉਹਦੇ ਵਿੱਚ ਭਰ ਦਿੰਦਾ ਹੈ। ਸਿਰਫ ਇੱਕ ਬਾਂਸ ਹੈ, ਉਹਨੂੰ ਹਉਮੈ ਬਹੁਤ ਹੈ ਆਪਣੇ ਉੱਚੇ ਹੋਣ ਦੀ। ਕਬੀਰ ਬਾਂਸ ਵਡਾਈ ਬੂਡਿਆ, ਇਉਂ ਮਤ ਡੂਬਹੁ ਕੋਏ, ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਨੇੜੇ ਵਸਦਾ ਵੀ ਬਾਂਸ ਨਹੀਂ ਸੁਗੰਧੀ ਗ੍ਰਹਿਣ ਕਰਦਾ। ਬਾਕੀ ਜਿੰਨੀ ਬਨਸਪਤੀ ਹੈ ਨਾ, ਚੰਦਨ ਉਸ ਨੂੰ ਸੁਗੰਧੀ ਵਾਲਾ ਬਣਾ ਦਿੰਦਾ ਹੈ। ਇਸੇ ਤਰ੍ਹਾਂ ਇਹ ਗੁਰੂ ਦੀ ਸਿੱਖਿਆ ਹੈ, ਗੁਰੂ ਦਾ ਉਪਦੇਸ਼ ਹੈ। ਕੋਈ ਅਫਲ ਹੋਵੇ, ਕੋਈ ਗੁਣਾਂ ਤੋਂ ਬਿਨਾਂ ਹੋਵੇ, ਕੋਈ ਸਫਲ ਸਹਿਤ ਫਲ ਦੇ ਗੁਣਾਂ ਵਾਲਾ ਹੋਵੇ, ਗੁਰੂ ਸਾਹਿਬ ਕੀ ਕਰਦੇ, ਉਹਦੇ ਜੀਵਨ ਦੇ ਵਿੱਚ ਭਗਤੀ ਦੀ ਸੁਗੰਧੀ ਭਰ ਦਿੰਦੇ ਹੈ। ਲੋਹਾ ਸੋਏ ਨਾ ਹੋਏ ਕੈ, ਸੋਏ ਨਾ ਹੋਏ ਸੁਗੰਧ ਵਿਖਾਲੇ। ਜਿਸ ਤਰ੍ਹਾਂ ਲੋਹਾ ਸੋਨਾ ਹੋ ਕੇ, ਜਦੋਂ ਪਾਰਸ ਦੀ ਵੱਟੀ ਲੋਹੇ ਨੂੰ ਭਾਵੇਂ ਨਿਕੰਮਾ ਲੋਹਾ ਹੋਵੇ, ਉਹ ਸੋਨਾ ਬਣ ਜਾਂਦਾ ਹੈ। ਉਹ ਲੋਹਾ ਜਿਹੜਾ ਸੋਨਾ ਬਣਿਆ ਹੈ, ਸੋਏ ਨਾ ਹੋਏ ਸੁਗੰਧ ਵਿਖਾਲੇ। ਉਹ ਸੋਨਾ ਬਣ ਕੇ ਉਸ ਸੋਨੇ ਦੇ ਗਹਿਣੇ ਬਣਦੇ ਹੈ, ਫਿਰ ਉਹ ਚਮਕ ਵਿਖਾਉਂਦਾ ਹੈ। ਸੋਨਾ ਲੋਹੇ ਤੋਂ ਜਿਹੜਾ ਸੋਨਾ ਬਣਿਆ, ਉਹਦੇ ਗਹਿਣੇ ਬਣਦੇ ਹੈ, ਫਿਰ ਉਸ ਸੋਨੇ ਦੀ ਚਮਕ ਦਮਕ ਭਾਈ ਗੁਰਦਾਸ ਜੀ ਕਹਿੰਦੇ ਵੇਖਣ ਵਾਲੀ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਲੋਹੇ ਤੋਂ ਸੋਨਾ ਬਣ ਗਏ, ਗੁਰੂ ਕੇ ਸਿੱਖ ਬਣ ਗਏ, ਅਤੇ ਫਿਰ ਉਹ ਗੁਰਸਿੱਖੀ ਦੀ ਚਮਕ ਦਮਕ ਦਿਖਾਉਂਦੇ ਹੈ। ਚਮਕ ਦਮਕ ਤੋਂ ਭਾਵ ਉਹ ਗੁਰਸਿੱਖੀ ਦੀ ਮਹਿਮਾ ਫੈਲਾਉਂਦੇ ਹੈ। ਹੁਣ ਬਾਬਾ ਬਿਧੀ ਚੰਦ ਸਾਹਿਬ ਦੇਖੋ, ਪਹਿਲਾ ਕਾਰਜ ਕੀ ਸੀ? ਚੋਰੀਆਂ ਕਰਦੇ ਸੀ। ਇੱਕ ਵਾਰੀ ਮੱਝਾਂ ਚੋਰੀਆਂ ਕੀਤੀਆਂ, ਸਾਖੀ ਬੜੀ ਲੰਬੇਰੀ ਹੈ। ਭਾਈ ਅਦਲੀ ਦੀ ਸੰਗਤ ਮਿਲੀ, ਉਹਨੇ ਕਿਹਾ ਵੀ ਮੱਝਾਂ ਇਹ ਛੱਪੜ ਚਵਾੜ ਦੇ ਚੋਰਾਂ ਤੋਂ ਬਚ ਜਾਏਗਾ। ਮਾਲਾ ਫੜਾ ਦਿੱਤੀ। ਹੁਣ ਮਾਲਾ ਪਹਿਲੀ ਵਾਰਾਂ ਫੜੀ ਸੀ, ਕਿੱਥੇ ਸਿਮਰਨ ਨਿਕਲੇ। ਜਿਹੜੇ ਲੋਕ ਪਿੱਛੇ ਲੱਗੇ ਸੀ ਭਾਈ ਅਦਲੀ ਦੀ ਕੁਟੀਆ 'ਚ ਆ ਗਏ। ਇੱਧਰ ਨੂੰ ਕੋਈ ਚੋਰ ਆਇਆ ਸਾਡੀਆਂ ਮੱਝਾਂ ਲੈ ਕੇ, ਕਹਿੰਦੇ ਵੇਖ ਲਓ। ਇਤਿਹਾਸ ਕਹਿੰਦਾ ਹੈ ਕਿ ਉਹ ਜਿਹੜੀਆਂ ਕਾਲੀਆਂ ਸੀ ਭੂਰੀਆਂ ਹੋ ਗਈਆਂ, ਮੱਝਾਂ ਭੂਰੀਆਂ ਕਾਲੀਆਂ ਬਣ ਗਈਆਂ, ਉਹ ਵੀ ਪਛਾਣ ਨਾ ਸਕੇ। ਅਤੇ ਭਾਈ ਅਦਲੀ ਜੀ ਕਹਿੰਦਾ ਇੱਥੇ ਚੋਰਾਂ ਨੇ ਕੀ ਕਰਨਾ ਮੇਰੇ ਕੋਲ ਆ ਕੇ, ਇੱਥੇ ਤਾਂ ਸਾਧੂ ਆਉਂਦੇ ਆ, ਬੰਦਾ ਬੈਠਾ ਹੈ। ਉਹਨਾਂ ਵੇਖਿਆ ਕਿ ਕੋਈ ਭਗਤ ਹੈ, ਚਲੋ ਜਾਨ ਬਚੀ। ਫਿਰ ਭਾਈ ਅਦਲੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਲੈ ਕੇ ਆਏ, ਅਤੇ ਬਾਬਾ ਬਿਧੀ ਚੰਦ ਜੀ ਨੇ ਸਿੱਖੀ ਪ੍ਰਾਪਤ ਕੀਤੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਰਹਿ ਕੇ ਯੁੱਧਾਂ ਦੇ ਵਿੱਚ ਵੱਡੇ ਜੌਹਰ ਵਿਖਾਏ। ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਵਿੱਚੋਂ ਦੋਵੇਂ ਘੋੜੇ ਕੱਢ ਕੇ ਲਿਆਏ, ਆਪ ਸਾਰੇ ਜਾਣਦੇ ਹੋ। ਜੀਵਨ ਬਦਲ ਜਾਂਦਾ ਗੁਰੂ ਦੀ ਸ਼ਰਨ ਵਿੱਚ ਆ ਕੇ। ਇੱਥੇ ਜਿਹੜੇ ਲੋਹੇ ਦੀ ਨਿਆਈ ਨੇ ਨਾ, ਉਹ ਸੋਨਾ ਬਣ ਜਾਂਦੇ ਹੈ, ਅਤੇ ਫਿਰ ਉਹਨਾਂ ਦੀ ਚਮਕ ਵੇਖਣ ਵਾਲੀ ਹੁੰਦੀ ਹੈ। ਸੋ ਗੁਰਸਿੱਖੀ ਦੀ ਮਹਿਮਾ ਉਹ ਸਦਾ ਫੈਲਾਉਂਦੇ ਹੈ। ਸੋਏ ਨਾ ਹੋਏ ਸੁਗੰਧ ਵਿਖਾਲੇ। ਇੱਥੇ ਸੁਗੰਧ ਦਾ ਭਾਵ ਅਰਥ ਕਰਾਂਗੇ, ਸੋਨਾ ਚਮਕ ਦਿਖਾਉਂਦਾ। ਸੋਨੇ 'ਚ ਸੁਗੰਧ ਹੀ ਨਹੀਂ ਹੁੰਦੀ, ਸੋਨੇ ਦੀ ਚਮਕ ਹੈ। ਸੋਏ ਨੇ ਅੰਦਰ ਰੰਗ ਰਸ, ਚਰਣਾ ਮਿਤ ਅੰਮ੍ਰਿਤ ਮਤ ਵਾਲੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਉਹ ਸਿੱਖ ਸ਼ੁੱਧ ਸੋਨਾ ਬਣਿਆ ਨਾ, ਸੋਏ ਨੇ ਅੰਦਰ ਰੰਗ ਰਸ। ਉਸ ਸੋਨੇ ਦੇ ਵਿੱਚ ਮਤਲਬ ਉਹ ਗੁਰੂ ਦੇ ਸਿੱਖ ਦੇ ਹਿਰਦੇ ਦੇ ਵਿੱਚ ਗੁਰੂ ਦਾ ਰੰਗ ਪ੍ਰੇਮ ਹੈ, ਅਤੇ ਰਸ ਗੁਰੂ ਦੇ ਸ਼ਬਦ ਦਾ ਰਸ ਹੈ। ਬਾਹਰੀ ਜਿਹੜਾ ਸੋਨਾ ਧਾਤ ਹੁੰਦੀ ਹੈ,
ਉਹਦਾ ਰੰਗ ਹੀ ਹੈ ਚਮਕ ਵਾਲਾ ਥੋੜ੍ਹਾ, ਰਸ ਤੇ ਉਹ 'ਚੋਂ ਕਿੱਥੋਂ ਨਿਕਲਣਾ। ਪਰ ਇਹ ਜਿਹੜਾ ਸੋਨਾ, ਸਿੱਖ ਜਿਹੜਾ ਸੋਨਾ ਬਣਿਆ, ਗੁਰੂ ਕਾ ਸਿੱਖ, ਇਹਦੇ ਵਿੱਚ ਪ੍ਰੇਮ ਦਾ ਰੰਗ ਹੈ ਔਰ ਗੁਰੂ ਸ਼ਬਦ ਦਾ ਰਸ ਹੈ। ਚਰਣਾ ਮਿਤ ਅੰਮ੍ਰਿਤ ਮਤ ਵਾਲੇ, ਅਤੇ ਗੁਰੂ ਦੇ ਚਰਨਾਂ ਦਾ ਜਲ ਅੰਮ੍ਰਿਤ ਪਾਨ ਕਰਕੇ ਮਤਵਾਲੇ ਹੋ ਜਾਂਦੇ ਹੈ। ਗੁਰੂ ਕੇ ਸਿੱਖ ਜਿਹੜੇ ਹੈ ਉਹ ਮਸਤ ਹੋ ਜਾਂਦੇ ਹੈ। ਸਿੱਖੀ ਦੀ ਚਮਕ ਅਤੇ ਪ੍ਰੇਮਾ ਭਗਤੀ ਦਾ ਰਸ, ਇਹ ਦੋਵੇਂ ਗੁਣ ਗੁਰੂ ਕੇ ਸਿੱਖਾਂ ਦੇ ਵਿੱਚ ਹੁੰਦੇ ਹੈ। ਮਾਣਕ ਮੋਤੀ ਸੋਏ ਨੇ ਆਹੋ, ਜਗਮਗ ਜੋਤ ਹੀਰੇ ਪਰਵਾਲੇ। ਤੇ ਫਿਰ ਉਸ ਸੋਨੇ ਤੋਂ ਮਾਣਕ ਮੋਤੀ ਹੀਰੇ ਪਰਵਾਲੇ ਕਹਿੰਦੇ ਮੂੰਗੇ, ਇਹ ਜਗਮਗ ਜਗਮਗ ਕਰਦੇ ਪੈਦਾ ਹੁੰਦੇ, ਸੋਨੇ ਤੋਂ ਮੋਤੀ ਪੈਦਾ ਹੁੰਦੇ। ਮਤਲਬ ਭਾਵ ਅਰਥ ਇਹ ਹੈ ਵੀ ਜਿਹੜਾ ਸਿੱਖ ਹੈ ਸੁੱਧ ਸੋਨਾ, ਫਿਰ ਉਸ ਸਿੱਖ ਦੇ ਹਿਰਦੇ ਦੇ ਵਿੱਚ ਗੁਣਾਂ ਦੇ ਮਾਣਕ ਮੋਤੀ ਹੀਰੇ ਮੂੰਗੇ ਪੈਦਾ ਹੁੰਦੇ। ਸ਼ੁਭ ਗੁਣ ਸਤ, ਸੰਤੋਖ, ਦਇਆ, ਧਰਮ, ਧੀਰਜ, ਵਿਵੇਕ, ਵੈਰਾਗ, ਇਹ ਜਿਹੜੇ ਨੇ ਹੀਰੇ ਮਾਣਕ ਮੋਤੀ ਪਰਵਾਲੇ, ਇਹ ਫਿਰ ਸੋਨੇ ਤੋਂ ਹੀਰੇ ਮੋਤੀ ਪੈਦਾ ਹੁੰਦੇ ਹੈ। ਜਿਵੇਂ ਸ਼ਵੰਤੀ ਬੂੰਦ ਸਿੱਪ ਵਿੱਚ ਪੈਂਦੀ ਹੈ ਨਾ, ਮੋਤੀ ਬਣ ਜਾਂਦੇ ਹੈ। ਸਿੱਖ ਫਿਰ ਜਿਵੇਂ ਜਿਵੇਂ ਸਾਧਨਾ ਕਰਦਾ ਹੈ, ਜਿਵੇਂ ਜਿਵੇਂ ਪਰਮਾਤਮਾ ਦਾ ਨਾਮ ਜਪਦਾ ਹੈ, ਪੂਰਨ ਗੁਰਸਿੱਖ ਦੇ ਵਿਸ਼ਾਲ ਹਿਰਦੇ ਦੇ ਵਿੱਚ ਦੈਵੀ ਗੁਣ ਜਿਹੜੇ ਨੇ ਇਹ ਮੋਤੀ ਬਣਦੇ ਹੈ। ਮੂੰਗੇ ਤੇ ਲਾਲਾਂ ਦਾ ਜਗਮਗ ਪ੍ਰਕਾਸ਼ ਹੋ ਜਾਂਦਾ ਉਹਦੇ ਹਿਰਦੇ ਵਿੱਚ। ਦੇਬ ਦੇਹ ਦਿਬ ਦਿਸ਼ਟ ਹੋਏ, ਸ਼ਬਦ ਸੁਰਤ ਦਿਬ ਜੋਤ ਉਜਾਲੇ। ਦਿਬ ਦੇਹ ਦਿਬ ਦਿਸ਼ਟ ਹੋਏ, ਉਹਦੀ ਦੇਹੀ ਜਿਹੜੀ ਹੈ, ਇਹ ਜਿਹੜਾ ਸਰੀਰ ਹੈ ਸਿੱਖ ਦਾ, ਇਹ ਪ੍ਰਕਾਸ਼ ਵਾਲਾ ਹੈ। ਦ੍ਰਿਸ਼ਟੀ ਉਹਦੀ ਪ੍ਰਕਾਸ਼ ਵਾਲੀ, ਭਾਵ ਗਿਆਨ ਵਾਲੀ ਦ੍ਰਿਸ਼ਟੀ ਹੈ। ਉਹਦੇ ਸਰੀਰ ਦੇ ਵਿੱਚ ਵੀ ਕੋਈ ਵਿਕਾਰ ਨਹੀਂ ਹੁੰਦਾ, ਉਹਦਾ ਸਰੀਰ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਦਿਵ ਦੇਹੀ ਬਣ ਜਾਂਦੀ ਹੈ, ਦ੍ਰਿਸ਼ਟੀ ਵੀ ਦਿਵ ਦ੍ਰਿਸ਼ਟੀ ਹੋ ਜਾਂਦੀ ਹੈ, ਪ੍ਰਕਾਸ਼ ਵਾਲੀ ਡੂੰਘੀ ਦ੍ਰਿਸ਼ਟੀ ਜਿਹੜੀ ਦੂਰ ਤੱਕ ਦੇਖਦੀ ਹੈ। ਸ਼ਬਦ ਸੁਰਤ ਦਿਵ ਜੋਤ ਉਜਾਲੇ, ਸ਼ਬਦ ਵਿੱਚ ਸੁਰਤ ਜੋੜ ਕੇ ਤੇ ਸਿੱਖ ਦਿਵ ਜੋਤੀ ਦਾ ਪ੍ਰਕਾਸ਼ ਪੈਦਾ ਕਰਦਾ। ਹਿਰਦੇ ਵਿੱਚ ਝਿਲਮਿਲ ਗਿਆਨ ਦਾ ਪ੍ਰਕਾਸ਼ ਸਦਾ ਹੀ ਚਮਕਦਾ ਹੈ, ਸਦਾ ਹੀ ਉਸ ਪ੍ਰਕਾਸ਼ ਦੀ ਚਮਕ ਹੈ। ਗੁਰਮੁਖ ਸੁਖ ਫਲ ਰਸਕ ਰਸਾਲੇ, ਸੋ ਇਉਂ ਗੁਰਸਿੱਖ ਜਿਹੜੇ ਹੈ ਉਹ ਨਾਮ ਦੇ ਰਸੀਏ ਬਣ ਕੇ ਅੰਮ੍ਰਿਤ ਰਸ ਦਾ ਰੂਪ ਬਣ ਜਾਂਦੇ ਹੈ, ਅਤੇ ਇਹ ਉਹਨਾਂ ਨੂੰ ਫਲ ਮਿਲਦਾ ਹੈ। ਸੁੱਖ ਫਲ ਉਹਨਾਂ ਨੂੰ ਇਹ ਮਿਲਦਾ ਹੈ, ਉਹ ਨਾਮ ਦੇ ਰਸੀਏ ਬਣ ਜਾਂਦੇ ਹੈ, ਰਸਾਂ ਦਾ ਘਰ ਬਣ ਜਾਂਦੇ ਹੈ, ਅਤੇ ਸਦਾ ਹੀ ਪ੍ਰਭੂ ਪਰਮਾਤਮਾ ਦਾ ਨਾਮ ਜਪਦੇ ਹੋਏ ਗੁਰਮੁਖ ਪਿਆਰੇ ਜਿਹੜੇ ਹੈ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹੈ। ਹੁਣ ਇਸ ਤੋਂ ਅੱਗੇ 8ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਗੁਰਮੁਖਾਂ ਦੀ ਪ੍ਰੀਤ ਗੁਰੂ ਦੇ ਨਾਲ, ਸ਼ਬਦ ਦੇ ਨਾਲ ਹੈ, ਇਹਦਾ ਜ਼ਿਕਰ ਕਰ ਰਹੇ ਹੈ। ਪਿਰਮ ਪਿਆਲਾ ਸਾਧ ਸੰਗ, ਸ਼ਬਦ ਸੁਰਤ ਅਨਹਦ ਲਿਵ ਲਾਈ। ਸਾਧ ਸੰਗਤ ਦੇ ਵਿੱਚ ਬੈਠ ਕੇ ਗੁਰਮੁਖ ਜਿਹੜੇ ਹੈ ਉਹ ਪ੍ਰੇਮ ਦਾ ਪਿਆਲਾ ਪੀਂਦੇ ਹੈ। ਸ਼ਬਦ ਸੁਰਤ ਅਨਹਦ ਲਿਵ ਲਾਈ, ਅਤੇ ਇੱਕ ਰਸ ਸ਼ਬਦ ਦੇ ਵਿੱਚ ਸੁਰਤ ਜੋੜ ਕੇ ਲਿਵ ਲਾਈ ਰੱਖਦੇ ਹੈ, ਸ਼ਬਦ ਵਿੱਚ ਜੁੜੇ ਰਹਿੰਦੇ ਹੈ। ਧਿਆਨੀ ਚੰਦ ਚਕੋਰ ਗਤ, ਅੰਮ੍ਰਿਤ ਦ੍ਰਿਸ਼ਟ ਸ੍ਰਿਸ਼ਟ ਵਰਸਾਈ। ਅਤੇ ਧਿਆਨ ਕਿਸ ਤਰ੍ਹਾਂ ਦਾ ਹੁੰਦਾ? ਗੁਰੂ ਦਾ ਸਿੱਖ ਚਕੋਰ ਵਾਂਗ ਧਿਆਨ ਲਾਉਂਦਾ ਹੈ। ਜਿਵੇਂ ਚਕੋਰ ਦਾ ਚੰਦ ਵੱਲ ਧਿਆਨ ਹੈ, ਗੁਰੂ ਕੇ ਸਿੱਖ ਦਾ ਗੁਰੂ ਵੱਲ, ਗੁਰੂ ਚਰਨਾਂ ਵੱਲ ਉਹ ਧਿਆਨ ਲਾਉਂਦਾ ਹੈ। ਅੰਮ੍ਰਿਤ ਦ੍ਰਿਸ਼ਟ ਸ੍ਰਿਸ਼ਟ ਵਰਸਾਈ, ਅਤੇ ਉਹਦੇ ਮਨ ਦੇ ਵਿੱਚ ਇਹ ਨਿਸ਼ਚਾ ਹੁੰਦਾ ਹੈ ਸਤਿਗੁਰੂ ਜੀ ਦੀ ਅੰਮ੍ਰਿਤ ਦ੍ਰਿਸ਼ਟੀ, ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹਦੇ ਤੋਂ ਵਰਸਾਈ ਜਾ ਰਹੀ ਹੈ। ਸਾਰੀ ਦੁਨੀਆ ਹੀ ਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਦੇ ਨਾਲ ਨਿਹਾਲ ਹੋ ਰਹੀ ਹੈ। ਨਾਨਕ ਨਦਰੀ ਨਦਰ ਨਿਹਾਲ,
ਸੋ ਇਸ ਤਰ੍ਹਾਂ ਗੁਰੂ ਦੀ ਦ੍ਰਿਸ਼ਟੀ ਅੰਮ੍ਰਿਤ ਬਰਸਾਉਂਦੀ ਹੈ। ਘਨ ਹਰ ਚਾਤ੍ਰਿਕ ਮੋਰ ਜਿਉ, ਅਨਹਦ ਧੁਨ ਸੁਣ ਪਾਇਲ ਪਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਦੋਂ ਬੱਦਲ ਚੜ੍ਹ ਕੇ ਆਉਂਦੇ ਹੈ ਨਾ, ਬੱਦਲਾਂ ਦੀ ਗਰਜਨਾ ਹੁੰਦੀ ਹੈ, ਆਕਾਸ਼ ਵਿੱਚ ਕਾਲੇ ਬੱਦਲ ਆਉਂਦੇ ਹੈ, ਤਾਂ ਜਿਹੜੇ ਚਾਤ੍ਰਿਕ ਨੇ, ਜਿਨ੍ਹਾਂ ਨੇ ਮੀਂਹ ਤੋਂ ਸਵਾਂਤੀ ਬੂੰਦ ਲੈਣੀ ਹੁੰਦੀ ਹੈ, ਉਹ ਵੀ ਪ੍ਰਸੰਨ ਹੋ ਜਾਂਦੇ ਹੈ। ਅਤੇ ਬੱਦਲਾਂ ਦੀ ਘਨਘੋਰ ਘਟਾ ਨੂੰ, ਉਹਨਾਂ ਦੀ ਆਵਾਜ਼ ਨੂੰ ਸੁਣ ਕੇ ਤੇ ਜਿਹੜੇ ਮੋਰ ਹਨ ਉਹ ਪਹਿਲਾਂ ਪਾਉਂਦੇ ਹੈ, ਨੱਚਦੇ ਹੈ ਮੋਰ ਖੁਸ਼ੀ ਦੇ ਵਿੱਚ। ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਕਾਲੇ ਬੱਦਲ ਵੇਖ ਕੇ ਮੋਰ ਤੇ ਪਪੀਹੇ ਬੋਲਦੇ ਹੈ, ਪੂਰੀ ਮਸਤੀ ਕਰਦੇ ਹੈ। ਭੌਰੇ ਵਾਹਿਗੁਰੂ ਜਿਹੜੇ ਚਾਤ੍ਰਿਕ ਹਨ ਅਤੇ ਮੋਰ ਇਹ ਪ੍ਰਸੰਨ ਹੁੰਦੇ ਹੈ। ਇਸੇ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਹਨ, ਜਦੋਂ ਗੁਰੂ ਰੂਪ ਬੱਦਲ ਚੜ੍ਹ ਕੇ ਆਉਂਦੇ ਹੈ, ਉਪਦੇਸ਼ ਦੀ ਵਰਖਾ ਕਰਦੇ ਹੈ, ਅਤੇ ਸਿੱਖ ਜਿਹੜੇ ਹੈ ਉਹ ਚਾਤ੍ਰਿਕ ਦੀ ਨਿਆਈ ਖੁਸ਼ ਹੁੰਦੇ ਹੈ। ਬੱਦਲਾਂ ਨੂੰ ਵੇਖ ਕੇ ਜਿਵੇਂ ਮੋਰ ਪਹਿਲਾਂ ਪਾਉਂਦਾ ਨਾ, ਇਸ ਤਰ੍ਹਾਂ ਗੁਰੂ ਕੇ ਸਿੱਖ ਵੀ ਪਹਿਲਾਂ ਪਾਉਣ ਤੋਂ ਭਾਵੇਂ ਪੂਰੇ ਹਿਰਦੇ ਖਿੜ ਜਾਂਦੇ ਆ, ਪ੍ਰਸੰਨ ਚਿੱਤ ਹੋ ਜਾਂਦੇ ਆ। ਭਾਈ ਆਲਮ ਸਿੰਘ ਨੱਚਣਾ ਕਿਵੇਂ ਪ੍ਰਸੰਨ ਚਿੱਤ ਖਿੜ ਕੇ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਅਤੇ ਗੁਰਬਾਣੀ ਦੀ ਧੁਨ ਵਿੱਚ ਮਸਤ ਹੋਇਆਂ ਗੁਰੂ ਸਾਹਿਬ ਕਲਗੀਧਰ ਜੀ ਦੇ ਚਰਨਾਂ 'ਚ ਆਇਆ ਕਰਦੇ ਸੀ। ਸੋ ਇਸ ਤਰ੍ਹਾਂ ਪੂਰੇ ਮਸਤ ਹੋ ਜਾਂਦੇ ਹੈ, ਸਿੱਖ ਪ੍ਰਸੰਨ ਹੋ ਜਾਂਦੇ ਹੈ। ਚਰਨ ਕਵਲ ਮਕਰੰਦ ਰਸ, ਸੁਖ ਸੰਪੁਟ ਹੋਏ ਭਵਰ ਸਮਾਈ। ਅਤੇ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਦੇ ਮਕਰੰਦ ਰਸ ਨੂੰ ਪ੍ਰਾਪਤ ਕਰਦੇ ਹੈ, ਸੁਖ ਸੰਪਟ ਹੋਏ ਭਵਰ ਸਮਾਈ, ਅਤੇ ਭੌਰੇ ਬਣ ਕੇ ਨਾ ਸੁਖ ਰੂਪੀ ਡੱਬੇ ਵਿੱਚ ਸਮਾ ਜਾਂਦੇ ਹੈ। ਜਿਹੜੇ ਗੁਰੂ ਕੇ ਸਿੱਖ ਨੇ ਉਹ ਭੌਰੇ ਨੇ, ਗੁਰੂ ਦੇ ਚਰਨਾਂ ਕਮਲਾਂ ਦੇ ਮਕਰੰਦ ਰਸ ਨੂੰ, ਪ੍ਰੇਮ ਰਸ ਨੂੰ ਪ੍ਰਾਪਤ ਕਰਦੇ ਹੈ ਅਤੇ ਸੁਖ ਰੂਪੀ ਡੱਬੇ ਵਿੱਚ ਸਦਾ ਲਈ ਲੀਨ ਹੋ ਜਾਂਦੇ ਹੈ। ਸੁਖ ਸਾਗਰ ਵਿੱਚ ਮੀਨ ਹੋਏ, ਗੁਰਮੁਖ ਚਾਲ ਨ ਖੋਜ ਖੁਜਾਈ। ਅਤੇ ਗੁਰਸਿੱਖ ਗੁਰੂ ਦੀ ਸਾਧ ਸੰਗਤ ਦੇ ਸੁਖ ਸਾਗਰ ਵਿੱਚ ਮੱਛੀ ਦੇ ਵਾਂਗ ਹੋ ਜਾਂਦਾ। ਸੁਖ ਸਾਗਰ ਵਿੱਚ ਮੀਨ ਹੋਏ, ਜਿਵੇਂ ਮੱਛੀ ਜਿਹੜੀ ਹੈ ਨਾ ਸਮੁੰਦਰ ਦੇ ਵਿੱਚ ਤੈਰਦੀ ਹੈ, ਪ੍ਰਸੰਨ ਰਹਿੰਦੀ ਹੈ, ਇਸੇ ਤਰ੍ਹਾਂ ਗੁਰੂ ਦੀ ਸਾਧ ਸੰਗਤ ਇਹ ਸੁਖ ਸਾਗਰ ਹੈ, ਸੁੱਖਾਂ ਦਾ ਸਮੁੰਦਰ। ਅਤੇ ਸਿੱਖ ਆਪਣੇ ਆਪ ਨੂੰ ਮੱਛ ਬਣਾ ਕੇ ਇਸ ਸੁੱਖਾਂ ਦੇ ਸਮੁੰਦਰ ਵਿੱਚ ਤਾਰੀਆਂ ਲਾਉਂਦਾ ਪ੍ਰਸੰਨ ਰਹਿੰਦਾ ਹੈ। ਗੁਰਮੁਖ ਚਾਲ ਨਾ ਖੋਜ ਖੁਜਾਈ, ਅਤੇ ਗੁਰਮੁਖ ਦੀ ਜਿਹੜੀ ਚਾਲ ਹੈ, ਪ੍ਰੇਮਾ ਭਗਤੀ ਕਰਦਾ ਭਗਤਾਂ ਕੀ ਚਾਲ ਨਿਰਾਲੀ, ਉਹਦੀ ਚਾਲ ਵੱਖਰੀ ਹੁੰਦੀ, ਉਹਦੀ ਤੋਰ ਵੱਖਰੀ ਹੈ, ਉਹਦਾ ਰਸਤਾ ਵੱਖਰਾ ਹੈ। ਅਤੇ ਉਹਨਾਂ ਦੀ ਜਿਹੜੀ ਚਾਲ ਹੈ ਭਾਈ ਗੁਰਦਾਸ ਜੀ ਕਹਿੰਦੇ ਉਹ ਵੱਖਰੀ ਹੁੰਦੀ ਹੈ। ਔਰ ਫਿਰ ਉਹ ਆਪਣੇ ਆਪ ਨੂੰ ਕਦੇ ਵੀ ਜਣਾਉਂਦੇ ਨਹੀਂ, ਅਤੇ ਉਹਦੀ ਤੋਰ ਦਾ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ। ਅਪਿਓ ਪੀਅਣ ਨਿਜਰ ਚਰਨ, ਅਜਰ ਜਰਨ ਨਾ ਅਲਖ ਲਖਾਈ। ਗੁਰੂ ਕੇ ਸਿੱਖ ਗੁਰਮੁਖ ਸਾਧ ਸੰਗਤ ਦੇ ਵਿੱਚ ਟਿਕ ਕੇ ਅਪਿਓ ਪੀਅਣ ਨਾਮ ਅੰਮ੍ਰਿਤ ਪੀਂਦੇ ਹੈ। ਨਿਜਰ ਚਰਨ, ਅਤੇ ਇਹ ਨਾਮ ਅੰਮ੍ਰਿਤ ਦੀ ਧਾਰਾ ਇੱਕ ਰਸ ਝਰਦੀ ਹੈ, ਵਗਦੀ ਹੈ, ਕਦੇ ਟੁੱਟਦੀ ਨਹੀਂ। ਸਾਧ ਸੰਗਤ ਦੇ ਵਿੱਚ ਨਾਮ ਦਾ ਪ੍ਰਵਾਹ ਚੱਲਦਾ ਹੈ। ਇਸ ਨਾਮ ਦੀ ਅੰਮ੍ਰਿਤ ਧਾਰਾ, ਇੱਕ ਰਸ ਧਾਰਾ ਤੋਂ ਨਾਮ ਅੰਮ੍ਰਿਤ ਪੀਂਦੇ ਹੈ। ਅਜਰ ਜਰਨ ਨਾ ਅਲਖ ਲਖਾਈ, ਅਤੇ ਸਿਮਰਨ ਬੰਦਗੀ ਦੀ ਬਰਕਤ ਦਾ ਸਦਕਾ ਜੋ ਕੁਝ ਉਹਨਾਂ ਨੂੰ ਮਿਲਦਾ ਹੈ, ਜੋ ਪ੍ਰਾਪਤ ਹੁੰਦਾ ਹੈ, ਰੱਬੀ ਗਿਆਨ, ਬ੍ਰਹਮ ਗਿਆਨ, ਉਸ ਅਜਰ ਸ਼ਕਤੀ ਨੂੰ ਜਰ ਕੇ ਰੱਖਦੇ ਹੈ, ਅਲਖ ਰਹਿੰਦੇ ਹੈ, ਅਤੇ ਰੌਲਾ ਨਹੀਂ ਪਾਉਂਦੇ, ਬਸ ਉਸ ਅਜਰ ਨੂੰ ਜਰ ਕੇ ਰਹਿੰਦੇ ਹੈ, ਅਤੇ ਕਦੇ ਵੀ ਉਹ ਆਪਣਾ ਆਪ ਜਣਾਉਂਦੇ ਨਹੀਂ। 20 21 ਉਲੰਘ ਕੈ, ਗੁਰ ਸਿੱਖ ਗੁਰਮੁਖ ਫਲ ਪਾਈ। ਅਤੇ 20 21 ਨੂੰ ਪਾਰ ਕਰਕੇ, 20 21 ਤੋਂ ਭਾਵ 20 ਵਿਸਵੇ ਸੰਸਾਰ ਹੁੰਦਾ ਹੈ। 3 ਗੁਣ ਜਿਹੜੇ ਨੇ ਰਜੋ ਤਮੋ ਸਤੋ, ਇਹਨਾਂ 3 ਗੁਣਾਂ ਤੋਂ ਅੱਗੇ ਜਾ ਕੇ
ਫਿਰ ਤੁਰੀਆ ਅਵਸਥਾ ਤੋਂ ਵੀ ਅੱਗੇ ਲੰਘ ਕੇ ਪ੍ਰਭੂ ਦੇ ਵਿੱਚ ਅਭੇਦ ਹੋ ਜਾਂਦੇ ਹੈ। ਗੁਰਸਿੱਖ ਜਿਹੜੇ ਹੈ, ਗੁਰਮੁਖ, ਉਹ ਸਦੀਵੀ ਸੁਖ ਨੂੰ ਪ੍ਰਾਪਤ ਕਰਨ ਵਾਲਾ ਇਹ ਫਲ ਪਾਉਂਦੇ ਹੈ। ਵਾਹਿਗੁਰੂ ਵੱਡੀ ਵਡਿਆਈ। ਤੇ ਫਿਰ ਉਸ ਗੁਰਸਿੱਖ ਨੂੰ ਸਮਝ ਪੈ ਜਾਂਦੀ ਹੈ ਕਿ ਇੱਕ ਵਾਹਿਗੁਰੂ ਨੂੰ ਪ੍ਰਾਪਤ ਕਰਨ ਦੀ ਵਡਿਆਈ ਹੀ ਸਭ ਤੋਂ ਵੱਡੀ ਤੇ ਮਹਾਨ ਹੈ। ਸੋ ਭਾਈ ਗੁਰਦਾਸ ਜੀ ਨੇ ਇਸ 8ਵੀਂ ਪੌੜੀ ਦੇ ਵਿੱਚ ਚਕੋਰ, ਚਾਤਰਕ, ਮੋਰ, ਮੱਛੀ, ਇਹਨਾਂ ਦੇ ਉਦਾਹਰਣ ਦੇ ਕਰਕੇ ਸਮਝਾਇਆ ਹੈ ਕਿ ਗੁਰਮੁਖ ਲੋਕਾਂ ਦਾ ਆਪਣੇ ਗੁਰੂ ਨਾਲ ਪਿਆਰ ਬਹੁਤ ਹੁੰਦਾ ਹੈ। ਜਿਵੇਂ ਮੱਛੀ, ਉਹਦੀ ਪ੍ਰੀਤ ਪਾਣੀ ਨਾਲ ਹੈ। ਮੋਰ ਅਤੇ ਚਾਤਰਕ ਬੱਦਲਾਂ ਨੂੰ ਵੇਖ ਕੇ ਪਹਿਲਾਂ ਪਾਉਂਦੇ ਖੁਸ਼ ਹੋ ਜਾਂਦੇ ਹੈ। ਸੋ ਇਸੇ ਤਰ੍ਹਾਂ ਗੁਰੂ ਕੇ ਸਿੱਖ ਆਪਣੇ ਗੁਰੂ ਦੇ ਦੀਦਾਰ ਕਰਕੇ ਪ੍ਰਸੰਨ ਚਿੱਤ ਹੋ ਜਾਂਦੇ ਹੈ ਅਤੇ ਸਦਾ ਗੁਰੂ ਦੇ ਪਿਆਰ ਦੇ ਵਿੱਚ, ਪਿਆਰੇ ਦੇ ਪਿਆਰ ਦੇ ਵਿੱਚ ਮਸਤ ਰਹਿੰਦੇ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸੰਗਤ ਨੇ ਖਿਮਾ ਬਖਸ਼ਣੀ ਜੀ। 20-21 ਉਲੰਘ ਕੈ ਗੁਰ ਸਿੱਖ ਗੁਰਮੁਖ ਫਲ ਪਾਈ। ਵਾਹਿਗੁਰੂ ਵੱਡੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।